ਨਾਮ ਦੇ ਨਾਲ ਵੀ ਮੋਹ ਕਰਨਾ ਸਿਖਾਉਂਦੇ ਹਨ ਸਮਾਜਿਕ ਲੋਕ। ਤੁਹਾਡੇ ਆਪਣੇ ਹੀ ਬਚਪਨ 'ਚ ਹੀ ਕਹਿਣਾ ਸ਼ੁਰੂ ਕਰ ਦਿੰਦੇ ਹਨ ਬੱਚੇ ਨੂੰ ਵੀ ਬੱਚੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨਾ। ਦੇਖੋ ਮਾਂ ਪਿਓ ਨੂੰ ਵੀ ਆਕਾਂਸ਼ਾ ਹੈ ਸਾਡਾ ਨਾਮ ਉੱਦਾਂ ਤਾਂ ਰੋਸ਼ਨ ਹੋਇਆ ਨਹੀਂ, ਬੇਟੇ ਦੇ ਸਹਾਰੇ ਹੋਵੇ ਵੀ ਬੇਟਾ ਅਗਰ ਕਿਸੇ ਪਦਵੀ 'ਤੇ ਪਹੁੰਚ ਗਿਆ, ਕੋਈ ਉਪਾਧੀ ਲੈ ਲਈ, ਕੋਈ ਮੈਡਲ ਜਿੱਤ ਗਿਆ, ਪ੍ਰਸਿੱਧ ਹੋ ਗਿਆ, ਤੋ ਪ੍ਰਸਿੱਧੀ ਦੇ ਨਾਲ ਫਿਰ ਮਾਤਾ ਪਿਤਾ ਦਾ ਵੀ ਨਾਮ ਜੁੜ ਜਾਂਦਾ ਹੈ ਨਾ ਵੀ ਫਲਾਣੇ ਦਾ ਬੱਚਾ, ਤਾਂ ਉਹਨੇ ਨਾਲ ਹੀ ਉਹਨਾਂ ਨੂੰ ਖੁਸ਼ੀ ਹੁੰਦੀ। ਅਤੇ ਸੰਸਾਰ ਦੇ ਵਿੱਚ ਮੋਹ ਕਰਨਾ ਸਿਖਾਇਆ ਜਾਂਦਾ ਹੈ। ਵਾਰ-ਵਾਰ ਤੁਹਾਨੂੰ ਆਲੇ ਦੁਆਲੇ ਜਿੰਨੇ ਵੀ ਹਨ ਤੁਹਾਡੇ ਆਪਣੇ, ਉਹ ਤੁਹਾਨੂੰ ਮੋਹ ਕਰਨਾ ਸਿਖਾਉਂਦੇ ਹਨ। ਆਪਣੀ ਜਾਤੀ ਦੇ ਨਾਲ ਮੋਹ ਕਈਆਂ ਨੂੰ ਬਹੁਤ ਹੁੰਦਾ, ਮਜ਼ਹਬ ਦੇ ਨਾਲ ਮੋਹ, ਕੋਈ ਜਾਤੀ ਦਾ ਨਾਂ ਲੈ ਕੇ ਕੁਛ ਕਹਿ ਦੇਵੇ ਤਾਂ ਵੀ ਲੋਕ ਵੇਖ ਲਓ ਲੜ ਪੈਂਦੇ ਹਨ, ਮਾਨ ਹਾਨੀ ਦੇ ਮੁਕੱਦਮੇ ਹੋ ਜਾਂਦੇ ਹਨ। ਦੇਖੋ ਕਿੰਨਾ ਮੋਹ ਹੋਵੇਗਾ। ਅਤੇ ਬਹੁਤ ਮੋਹ, ਐਸਾ ਨਹੀਂ ਵੀ ਹਰਨਾਕਸ਼ ਹੀ ਚਾਹੁੰਦਾ ਸੀ ਵੀ ਮੇਰੇ ਰਾਜ ਦੇ ਵਿੱਚ ਸਾਰੇ ਹੀ ਮੇਰਾ ਨਾਂ ਲੈਣ, ਨਹੀਂ, ਹਰ ਇੱਕ ਬੰਦੇ ਦੀ ਇਹ ਆਕਾਂਸ਼ਾ ਹੈ ਵੀ ਸਾਰੇ ਹੀ ਮੈਨੂੰ ਜਾਣਨ। ਜਾਣਨ ਦਾ ਅਰਥ ਕੀ ਹੁੰਦਾ? ਮੇਰਾ ਨਾਂ ਲੈਣ। ਅਤੇ ਕਿਤੇ ਨਾਮ ਅਗਰ ਕਿਸੇ ਟੀਵੀ ਦੇ ਵਿੱਚ ਆ ਜਾਵੇ ਤਾਂ ਆਦਮੀ ਖੁਸ਼ ਹੋ ਜਾਂਦਾ ਹੈ। ਕਈ ਤਾਂ ਆਪਣਾ ਨਾਮ ਅਖਬਾਰ ਦੇ ਵਿੱਚ ਦੇਣ ਦੀ ਖਾਤਰ ਵੀ ਨਾ ਬਹੁਤ ਸਾਰੇ ਪੁੱਠੇ ਕੰਮ ਕਰ ਲਏ ਲੋਕਾਂ ਨੇ। ਕਈ ਐਸੇ ਹਥਿਆਰੇ ਹੋਏ ਹਨ, ਜਦੋਂ ਅਖਬਾਰਾਂ ਬਹੁਤ ਮਸ਼ਹੂਰ ਹੁੰਦੀਆਂ ਸਨ ਤਾਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਹੱਤਿਆ ਕਿਉਂ ਕੀਤੀ, ਐਡਾ ਅਪਰਾਧ ਕਿਉਂ ਕੀਤਾ? ਉਹਨਾਂ ਨੇ ਕਿਹਾ ਵੀ ਆਪਣਾ ਨਾਮ ਅਖਬਾਰ ਦੇ ਵਿੱਚ ਦੇਖਣਾ ਚਾਹੁੰਦੇ ਸੀ। ਦੱਸੋ, ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਬੰਦਾ ਕੌਣ। ਐਵੇਂ ਥੋੜ੍ਹੀ। ਅਤੇ ਆਦਮੀ ਭਾਵੇਂ ਬੁਰੇ ਕਰਮ ਕਰੇ, ਬੁਰੇ ਕਰਮ ਕਰਕੇ ਵੀ ਉਹ ਆਪਣਾ ਨਾਮ ਰੋਸ਼ਨ ਕਰਨਾ ਚਾਹੁੰਦਾ, ਲੋਕਾਂ ਨੂੰ ਪਤਾ ਲੱਗੇ। ਅਤੇ ਨਾਮ ਦੇ ਨਾਲ ਬਹੁਤ ਮੋਹ ਹੁੰਦਾ ਹੈ। ਅਤੇ ਨਾਮ ਸਿਰਫ ਦਿੱਤਾ ਸੀ ਇੱਕ ਸਿਰਫ ਇੰਗਿਤ ਇਸ਼ਾਰਾ ਵੀ ਬਹੁਤ ਜਾਣੇ ਹਨ, ਇਸ ਕਰਕੇ ਲਹਿਦਾ ਨਾਮ ਰੱਖਣੇ ਪੈਂਦੇ ਹਨ। ਅਜੋਕੇ ਸਮੇਂ 'ਚ ਤਾਂ ਅਗਰ ਜਿਵੇਂ ਟੈਲੀਫੋਨ ਦੇ ਨੰਬਰ ਹਨ, ਹਰ ਇੱਕ ਕੋਲ ਟੈਲੀਫੋਨ ਹੈ, ਇਵੇਂ ਹਰ ਇੱਕ ਦੇ ਨੰਬਰ ਵੀ ਰੱਖੇ ਜਾ ਸਕਦੇ ਹਨ, ਉਹਨਾਂ ਨਾਲ ਵੀ ਕੰਮ ਚੱਲ ਸਕਦਾ। ਉਹ ਜ਼ਿਆਦਾ ਸਿਖਾਲਾ ਹੋਵੇਗਾ, ਕਿਸੇ ਜਾਤੀ ਪਾਤੀ ਦਾ ਪਤਾ ਹੀ ਨਾ ਲੱਗੇਗਾ, ਫਲਾਣੇ ਨੰਬਰ ਦਾ ਬੰਦਾ ਜ਼ਿਆਦਾ ਵਧੀਆ ਹੋਵੇਗਾ, ਜਾਤ ਪਾਤ ਮਿਟੇਗੀ। ਪਰ ਮਿਟਾਉਣੀ ਨਹੀਂ ਨਾ ਚਾਹੁੰਦੇ ਹਨ। ਦੇਖੋ ਤੁਸੀਂ, ਸਿੱਖ ਵੀ ਬਹੁਤ ਕਰਦੇ ਹਨ ਪ੍ਰਚਾਰ ਵੀ ਸਿੱਖਾਂ ਦੇ ਵਿੱਚ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ। ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਆ, ਕੋਈ ਜਾਤ ਪਾਤ ਨਹੀਂ ਹੈ, ਪਰ ਇਹਨਾਂ ਦੇ ਅੰਦਰ ਬਹੁਤ ਜਾਤੀਆਂ ਪਾਤੀਆਂ ਦੇਖੋ। ਅਤੇ ਗੁਰਦੁਆਰੇ ਵੀ ਹੁਣ ਤੁਸੀਂ ਦੇਖਦੇ ਹੋ ਅਲੱਗ ਬਣੇ ਹੋਏ ਹਨ ਜਾਤ ਪਾਤ ਦੇ ਨਾਮ 'ਤੇ। ਗੁਰੂ ਇੱਕ ਹੈ ਪਰ ਗੁਰਦੁਆਰੇ ਅਲੱਗ ਬਣ ਗਏ। ਅਤੇ ਜਾਤ ਪਾਤ ਮਿਟ ਥੋੜ੍ਹੀ ਰਹੀ, ਕਿਉਂਕਿ ਜਾਤੀ ਦੇ ਨਾਲ ਮੋਹ ਹੈ ਤਾਂ ਹੀ ਨਹੀਂ ਨਾ ਮਿਟ ਰਹੀ। ਅਤੇ ਆਪਣੇ ਆਪ ਨੂੰ ਜਾਤੀ ਦੇ ਨਾਲ ਆਦਮੀ ਜੋੜ ਲੈਂਦਾ, ਕਿੰਨਾ ਹੰਕਾਰ ਦੀ ਤ੍ਰਿਪਤੀ ਕਰਦਾ ਹੈ ਆਦਮੀ।
ਮਜ਼ਹਬ ਦੇ ਨਾਲ, ਧਰਮ ਦੇ ਨਾਲ ਜੋੜ ਲੈਂਦਾ ਅਤੇ ਇਹਨਾਂ ਦੇ ਨਾਲ ਮੋਹ ਪੈ ਜਾਂਦਾ, ਪ੍ਰਤੀਕਾਂ ਦੇ ਨਾਲ ਮੋਹ ਪੈ ਜਾਂਦਾ। ਇਸੇ ਕਾਰਨ ਹੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਗੁਰੂਆਂ ਕੋਲ, ਫਕੀਰਾਂ ਕੋਲ ਕੋਈ ਸਿੱਖ, ਕੋਈ ਮੁਰੀਦ ਆਉਂਦਾ ਸੀ ਨਾ, ਉਦੋਂ ਉਹਦਾ ਨਾਮ ਬਦਲ ਦਿੰਦੇ ਸਨ। ਨਾਮ ਇਸ ਕਰਕੇ ਬਦਲਦੇ ਸਨ ਕਿ ਪੁਰਾਣਾ ਮਿਟ ਗਿਆ ਹੈ, ਨਾ ਪੁਰਾਣੀ ਜਾਤ ਰਹਿ ਗਈ, ਨਾ ਪਾਤ ਰਹਿ ਗਈ, ਨਾ ਬਰਾਦਰੀ ਰਹਿ ਗਈ। ਬਸ ਪੁਰਾਣਾ ਡਰੈਸ ਤੇਰਾ ਖਤਮ, ਪੁਰਾਣੀ ਆਈਡੀ ਖਤਮ। ਅਤੇ ਜਿਹੜੇ ਗੁਰੂਆਂ ਕੋਲ ਰਹਿੰਦੇ ਸਨ ਨਾ ਸਿੱਖ, ਉਹਨਾਂ ਦੀ ਉੱਥੇ ਜਾਤ ਪਾਤ ਨਹੀਂ ਸੀ ਕੋਈ ਵੀ। ਇਸ ਕਾਰਨ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਇਕੱਠੇ ਰਹਿਣਾ ਹੈ, ਇਕੱਠੇ ਖਾਣਾ ਹੈ। ਕਿਹਾ ਵੀ ਹੈ ਨਾ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ। ਜੋਤ ਇੱਕ ਹੈ, ਉਹ ਜੋਤ ਦਿਖਾਉਂਦੇ ਸਨ ਵੀ ਜੋਤ ਸਾਰਿਆਂ 'ਚ ਇੱਕ ਹੈ। ਸਰੀਰ ਅਲੱਗ-ਅਲੱਗ ਹਨ, ਬਾਹਰਲੇ ਘੜੇ ਅਲੱਗ-ਅਲੱਗ ਹਨ, ਆਕਾਸ਼ ਤਾਂ ਇੱਕੋ ਹੀ ਹੈ ਨਾ ਅੰਦਰ ਘੜਿਆਂ ਦੇ। ਹੁਣ ਕੋਈ ਕਾਲਾ ਘੜਾ ਹੈ, ਕੋਈ ਗੋਰਾ ਘੜਾ ਹੈ, ਕੋਈ ਚਿੱਟਾ ਘੜਾ ਹੈ, ਕੋਈ ਪੀਲਾ ਘੜਾ ਹੈ, ਕੋਈ ਮਧਰਾ ਘੜਾ ਹੈ, ਕੋਈ ਉੱਚਾ ਘੜਾ ਹੈ, ਕੋਈ ਲੰਮਾ ਘੜਾ ਹੈ। ਘੜੇ ਅਲੱਗ-ਅਲੱਗ ਹਨ, ਸਰੀਰ ਅਲੱਗ-ਅਲੱਗ ਹਨ। ਘੜਿਆਂ ਦੇ ਵਿੱਚ ਰਾਮ ਤਾਂ ਇੱਕੋ ਹੀ ਹੈ ਨਾ, ਤਦੇ ਕਿਹਾ ਹੈ ਸਭ ਇਕੱਠ ਰਾਮ ਬੋਲੇ। ਰਾਮ ਇੱਕੋ ਹੀ ਹੈ, ਜੋਤ ਇੱਕੋ ਹੀ ਹੈ, ਸਭ ਮੈਂ ਜੋਤ, ਜੋਤ ਹੈ ਸੋਏ। ਅਤੇ ਜਿਹੜੇ ਅੰਦਰ ਦੇਖਦੇ ਹਨ ਉਹ ਜਾਤ ਪਾਤ ਖਤਮ ਕਰਦੇ ਹਨ। ਅਤੇ ਜਾਤ ਪਾਤ ਜਿਹਦੀ ਖਤਮ ਨਹੀਂ ਹੋਈ ਹੈ, ਜਾਤ ਪਾਤ ਉਹਦੀ ਖਤਮ ਹੋਵੇਗੀ ਜਿਹਦਾ ਮੋਹ ਨਹੀਂ ਰਿਹਾ ਆਪਣੇ ਨਾਂ ਨਾਲ, ਜਾਤ ਨਾਲ, ਬਰਾਦਰੀ ਨਾਲ, ਧਰਮ ਨਾਲ। ਤਾਂ ਉਹ ਹੀ ਭਗਤੀ ਕਰ ਸਕਦਾ ਹੈ। ਐਸਾ ਕਿਹਾ ਵੀ ਹੈ ਨਾ, ਕਾਮੀ ਕ੍ਰੋਧੀ ਲਾਲਚੀ ਇਨ ਤੇ ਭਗਤ ਨਾ ਹੋਏ, ਭਗਤ ਕਰੇ ਕੋ ਸੂਰਮਾ, ਜਾਤ ਵਰਨ ਕੁਲ ਖੋਏ। ਭਗਤੀ ਉਹ ਕਰਦਾ ਹੈ ਜਿਹੜਾ ਨਾ ਜਾਤ, ਨਾ ਵਰਨ, ਨਾ ਕੁਲ, ਸਭ ਕੁਝ ਛੱਡ ਦਿੰਦਾ। ਕਹਿੰਦਾ ਹੈ ਨਾ ਮੇਰੀ ਕੋਈ ਜਾਤੀ ਹੈ, ਨਾ ਪਾਤੀ ਹੈ, ਨਾ ਨਾਮ ਹੀ ਹੈ ਮੇਰਾ ਕੋਈ। ਜਿਹੜੇ ਨਾਮ ਨਾਲ ਮਰਜ਼ੀ ਬੁਲਾ ਲਓ ਮੈਨੂੰ, ਤੁਹਾਡਾ ਦਾਸ ਹਾਂ। ਤੁਹਾਨੂੰ ਜਿਹੜਾ ਪਸੰਦ ਹੈ ਉਹਦੇ ਨਾਲ ਬੁਲਾ ਲਓ। ਜਿਵੇਂ ਬਾਬੇ ਨਾਨਕ ਨੇ ਲਹਿਣੇ ਨੂੰ ਬੁਲਾ ਲਿਆ ਸੀ ਅੰਗਦ ਨਾਮ ਨਾਲ, ਅੰਗ ਨਾਲ ਲਾ ਕੇ ਅੰਗਦ ਬਣਾ ਤਾ, ਉਸੇ ਨਾਮ ਨਾਲ ਪੁਕਾਰੇ। ਪੁਰਾਣਾ ਮਿਟ ਗਿਆ ਲਹਿਣਾ। ਫਿਰ ਐਸਾ ਨਹੀਂ ਹੈ ਵੀ ਉਹ ਜੋ ਲਹਿਣਾ ਸੀ ਪਿੱਛੇ ਵੈਸਾ ਹੀ ਗਾ ਅੰਗਦ ਦਾ ਜੀਵਨ ਨਹੀਂ। ਅੰਗਦ ਦਾ ਕੋਈ ਸੰਬੰਧ ਵੈਸਾ ਨਹੀਂ ਸੀ ਪਰਿਵਾਰ ਦੇ ਨਾਲ, ਫਿਰ ਵੈਸਾ ਹੁੰਦਾ ਵੀ ਨਹੀਂ ਹੈ। ਵੈਸਾ ਫਿਰ ਇੱਕ ਸਾਰਿਆਂ ਨਾਲ ਹੀ ਹੋ ਜਾਂਦਾ ਹੈ। ਜੈਸੇ ਸਿੱਖ ਹਨ ਵੈਸਾ ਹੀ ਪਰਿਵਾਰ ਹੈ, ਸਿੱਖਾਂ ਦੇ ਵਿੱਚ ਹੀ ਰਹਿ ਰਿਹਾ ਹੈ, ਸਿੱਖ ਸੰਗਤ ਦੇ ਵਿੱਚ। ਤਾਂ ਉਹਨਾਂ ਨੂੰ ਇੱਕੋ ਜਿਹਾ ਹੀ ਹੁੰਦਾ ਹੈ ਸਾਰਾ ਕੁਛ। ਉਹ ਆਪਣੇ ਆਪ ਨੂੰ ਅਲੱਗਾ ਨਹੀਂ ਸਮਝਦੇ ਹਨ ਵੀ ਇਹ ਵਿਸ਼ੇਸ਼ ਹਨ, ਵੀ ਦੂਸਰੇ ਜਿਹੜੇ ਸੰਗਤ ਦੇ ਵਿੱਚ ਰਹਿਣ ਵਾਲੇ ਨਹੀਂ, ਉਹ ਅਲੱਗਾ ਹਨ। ਇਹ ਤਾਂ ਦੁਨਿਆਵੀ ਲੋਕ ਕਰਦੇ ਹਨ, ਆਪਣਿਆਂ ਨੂੰ ਅਲੱਗਾ, ਦੂਸਰਿਆਂ ਨੂੰ ਅਲੱਗਾ ਦੇਖਦੇ। ਸਤਿਪੁਰਖ ਐਸਾ ਥੋੜ੍ਹੇ ਦੇਖਦੇ ਹਨ। ਉਹ ਤਾਂ ਵਿੱਚੇ ਉਹਦੇ ਪਰਿਵਾਰ ਦੇ ਮੈਂਬਰ ਰਹਿ ਰਹੇ ਹਨ, ਵਿੱਚੇ ਸਿੱਖ ਰਹਿੰਦੇ ਹਨ, ਇੱਕੋ ਜਿਹਾ ਖਾਂਦੇ ਹਨ, ਇੱਕੋ ਜਿਹਾ ਰਹਿੰਦੇ ਹਨ, ਇੱਕੋ ਜਿਹਾ ਹੰਡਾਉਂਦੇ ਹਨ। ਉਹ ਭਿੰਨ ਭੇਦ ਥੋੜ੍ਹੀ ਕਰਦੇ ਹਨ। ਉਹ ਤਾਂ ਭਿੰਨ ਭੇਦ ਮਿਟਾਉਂਦੇ ਹਨ। ਪਰ ਜਿਹੜੇ ਉਹਨਾਂ ਦੇ ਸਾਕ ਸੰਬੰਧੀ ਹਨ ਉਹ ਤਾਂ ਇਹਦੇ ਜਾਗੇ ਨਹੀਂ ਹੁੰਦੇ ਹਨ। ਇਸ ਕਰਕੇ ਉਹ ਬਾਹਰੋਂ ਹੀ ਸੰਬੰਧ ਬਣਾਉਂਦੇ ਹਨ। ਇਸ ਕਰਕੇ ਈਰਖਾ ਵੀ ਕਰਦੇ ਰਹੇ ਹਨ, ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ। ਉਹ ਤਾਂ ਬਾਹਰੋਂ ਹੀ ਸੰਬੰਧ ਬਣਾ ਰਹੇ ਸੀ।
ਜੋ ਪਹਿਲਾਂ ਬਣ ਚੁੱਕਾ ਸੀ। ਪਰ ਜਿਹੜਾ ਬਾਹਰੋਂ ਸੰਬੰਧ ਸਾਰੇ ਹੀ ਤੋੜ ਦਿੰਦਾ ਹੈ, ਤੇ ਉਸ ਸਮੇਂ ਜਿਹੜੇ ਸਿੱਖ ਰਹਿੰਦੇ ਸਨ ਗੁਰੂਆਂ ਕੋਲ, ਉਹ ਆਪਣਾ ਸਾਰਾ ਹੀ ਸੰਬੰਧ ਪਿਛਲਾ ਤੋੜ ਦਿੰਦੇ ਸਨ। ਨਾ ਉਹਨਾਂ ਦੀ ਕੋਈ ਜਾਤ, ਨਾ ਪਾਤ, ਨਾ ਬਰਾਦਰੀ। ਇਸ ਕਰਕੇ ਉਹਨਾਂ ਦਾ ਨਾਮ ਵੀ ਬਦਲ ਦਿੰਦੇ ਸਨ। ਪਿਛਲਾ ਮਰ ਗਿਆ। ਭਗਤ ਘਰੇ ਕੋ ਸੂਰਮਾ, ਜਾਤ ਵਰਨ ਕੁਲ ਖੋਏ। ਦੇਖੋ ਇਹ ਵੀ ਖੋਣੀ ਕਿੰਨੀ ਔਖੀ ਹੈ। ਇਹਨੂੰ ਵੀ ਸੂਰਮਾ ਕਿਹਾ ਹੈ। ਭਾਵੇਂ ਸਿਰਫ ਸਮਾਜ ਨੇ ਇੱਕ ਖਿਆਲ ਦਿੱਤਾ ਹੈ, ਆ ਪਸ਼ੂ ਪੰਛੀਆਂ ਦਾ ਕੋਈ ਨਾਮ ਨਹੀਂ ਹੈ, ਵੀ ਜੀ ਰਹੇ ਹਨ। ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਬਰਾਦਰੀ। ਬੰਦੇ ਨਾਲੋਂ ਜ਼ਿਆਦਾ ਰਿਲੈਕਸ ਜੀਂਦੇ ਹਨ। ਬੰਦਾ ਆਪੇ ਹੀ ਖਿਆਲੀ ਜਾਲ ਬੁਣ ਕੇ ਤੇ ਉਹਨਾਂ ਦੇ ਵਿੱਚ ਫਸਿਆ ਹੋਇਆ ਹੈ। ਇਹ ਖਿਆਲੀ ਜਾਲ ਹੀ ਹੈ। ਇਹ ਜਾਤ ਪਾਤ ਦਾ, ਇਹ ਨਾਮ ਦਾ, ਇਹ ਰੂਪ ਦਾ, ਇਹ ਜੋ ਵੀ ਦਿੰਦੇ ਹਨ ਖਿਆਲ ਸਮਾਜ, ਵੈਸਾ ਆਦਮੀ ਧਾਰਨ ਕਰ ਲੈਂਦਾ ਤੇ ਵੈਸਾ ਹੀ ਸੋਚਦਾ ਹੈ। ਤੇ ਤੁਸੀਂ ਜੋ ਵੀ ਸੋਚ ਰਹੇ ਹੋ, ਸਮਾਜ ਨੇ ਦਿੱਤਾ ਹੋਇਆ ਹੈ ਖਿਆਲ, ਉਹਦੇ ਦੁਆਰਾ ਸੋਚ ਰਹੇ। ਜਿਵੇਂ ਤੁਸੀਂ ਸੋਚਦੇ ਹੋ ਵੀ ਤੁਹਾਡੀ ਜ਼ਿੰਮੇਵਾਰੀ ਹੈ ਬੱਚੇ ਪਾਲਣ ਦੀ, ਤੁਸੀਂ ਇਉਂ ਸੋਚਦੇ ਹੋ ਨਾ, ਜ਼ਿੰਮੇਵਾਰੀ ਹੈ। ਤੇ ਜਿਹੜਾ ਸਤਿਪੁਰਸ਼ ਹੁੰਦਾ ਹੈ, ਉਹ ਕਹਿੰਦਾ ਹੈ ਵੀ ਮੇਰੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੈ, ਮੈਂ ਤੇ ਹੈ ਹੀ ਨਹੀਂ, ਮੇਰੀ ਜ਼ਿੰਮੇਵਾਰੀ ਕਿਵੇਂ ਹੋਵੇਗੀ। ਪਰਮਾਤਮਾ ਸਾਰਿਆਂ ਨੂੰ ਪਾਲ ਰਿਹਾ ਹੈ, ਰਿਜ਼ਕ ਦੇ ਰਿਹਾ ਹੈ, ਤੇ ਜਿੰਨਾ ਉਹਨਾਂ ਦੇ ਕਰਮਾਂ 'ਚ ਹੋਵੇਗਾ ਉਹਨਾਂ ਨੂੰ ਮਿਲੇਗਾ। ਭਾਵੇਂ ਆਪਣੇ ਉਹਦੇ ਸਾਕ ਸੰਬੰਧੀ ਹੋਣ, ਭਾਵੇਂ ਹੋਰ ਸਿੱਖ ਸੰਗਤ ਆਈ ਹੋਵੇ, ਤੁਹਾਨੂੰ ਕਿਸੇ ਦੀ ਚਿੰਤਾ ਨਹੀਂ ਹੈ। ਉਹ ਕਹਿੰਦਾ ਹੈ ਸਾਰਿਆਂ ਨੂੰ ਰੱਬ ਦੇ ਰਿਹਾ ਹੈ ਤੇ ਸਾਰਿਆਂ ਨੂੰ ਦਿੰਦਾ ਰਹੇਗਾ। ਤੁਹਾਨੂੰ ਕੋਈ ਚਿੰਤਾ ਨਹੀਂ ਹੈ, ਕਿਉਂਕਿ ਉਹ ਇਉਂ ਨਹੀਂ ਸਮਝਦਾ ਹੈ ਜੈਸਾ ਤੁਸੀਂ ਸਮਝਦੇ ਹੋ। ਵੀ ਮੇਰਾ ਫਰਜ਼ ਹੈ, ਨਹੀਂ, ਪਰਮਾਤਮਾ ਦਾ ਹੈ ਸਭ ਕੁਝ। ਪਰਮਾਤਮਾ ਹੀ ਚਲਾ ਰਿਹਾ ਹੈ ਸਾਰਿਆਂ। ਦੇਖੋ ਤੁਸੀਂ ਤੇ ਆਪ ਚੱਲ ਵੀ ਨਹੀਂ ਰਹੇ ਹੋ। ਜਿਵੇਂ ਨਾ ਕਿਸੇ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਆਪਣੀ ਘਰਵਾਲੀ ਨੂੰ ਕਿਹਾ ਵੀ ਮੈਂ $100 ਭੇਜਣੇ ਹਨ ਆਪਣੇ ਤਾਇਆ ਜੀ ਨੂੰ। ਉਹ ਕਹਿੰਦੀ ਪਿਛਲੇ ਹਫ਼ਤੇ ਤੇ ਭੇਜੇ ਸੀ। ਉਹ ਕਹਿੰਦਾ ਵੀ ਹੁਣ ਫਿਰ ਭੇਜਣੇ ਹਨ ਕਿਉਂਕਿ ਉਹਦੇ ਸੈੱਲ ਘਟ ਗਏ ਹਨ। ਉਹ ਕਹਿੰਦੀ 100 ਹੋਰ ਭੇਜ ਦੇ, ਬੈਟਰੀ ਹੀ ਰਖਾ ਲੈਣ। ਇਹ ਤਾਂ ਹਾਸੇ 'ਚ ਕਈ ਗੱਲ ਹੈ, ਪਰ ਖਿਆਲ ਕਰੋ ਤੁਸੀਂ ਵੀ ਆਦਮੀ ਵੀ ਸੈੱਲਾਂ ਨਾਲ ਚੱਲ ਰਿਹਾ ਹੈ। ਤੁਸੀਂ ਕਹਿੰਦੇ ਅਸੀਂ ਚੱਲ ਰਹੇ ਹਾਂ, ਫਿਰ ਸੈੱਲ ਚਾਰਜ ਹੋ ਰਹੇ ਹਨ ਆਕਸੀਜਨ ਨਾਲ। ਪਿੱਛੇ ਜੇ ਆਕਸੀਜਨ ਨਹੀਂ ਸੀ ਮਿਲੀ ਤੇ ਕਿੰਨੇ ਲੋਕ ਮਰ ਗਏ, ਕੋਈ ਸੈੱਲ ਚਾਰਜ ਨਹੀਂ ਹੋਏ। ਤੇ ਆਕਸੀਜਨ ਮਿਲਦੀ ਕਿੱਥੋਂ ਹੈ, ਆਉਂਦੀ ਕਿੱਥੋਂ ਹੈ? ਵਨਸਪਤੀ 'ਚ। ਇਹਦਾ ਮਤਲਬ ਸਰੋਤ ਵਨਸਪਤੀ। ਪਰ ਵਨਸਪਤੀ ਹਰੀ ਭਰੀ ਕਿਵੇਂ ਹੈ? ਸੂਰਜ ਦੀਆਂ ਕਿਰਨਾਂ ਦੁਆਰਾ, ਜਾਂ ਪਾਣੀ ਦੁਆਰਾ ਕਹਿ ਸਕਦੇ ਹੋ, ਜਲ ਦੁਆਰਾ। ਜਲ ਨਾ ਹੋਵੇ ਤੇ ਇਹ ਵਨਸਪਤੀ ਨਾ ਹੋਵੇ, ਪਾਣੀ ਨਾ ਹੋਵੇ ਤੇ ਫਿਰ ਦਰਖਤ ਨਾ ਹੋਣ। ਪਰ ਪਾਣੀ ਆਉਂਦਾ ਕਿਵੇਂ ਹੈ, ਬਰਸਦਾ ਕਿਵੇਂ ਹੈ? ਸੂਰਜ ਦੀਆਂ ਕਿਰਨਾਂ ਦੁਆਰਾ। ਇਹਦਾ ਮਤਲਬ ਵੀ ਹਜ਼ਾਰਾਂ ਕਰੋੜਾਂ ਹੀ ਕਿਲੋਮੀਟਰ ਦੂਰ ਜਿਹੜਾ ਹੈ ਸੂਰਜ, ਉਹ ਤੁਹਾਡਾ ਜੀਵਨ ਦਾ ਸਰੋਤ ਹੈ।
ਅਗਰ ਸੂਰਜ ਨਾ ਹੋਵੇ ਤਾਂ ਧਰਤੀ 'ਤੇ ਕੋਈ ਵੀ ਜੀਵ ਨਹੀਂ ਹੋ ਸਕਦਾ। ਧਰਤੀ 'ਤੇ ਜੀਵਨ ਨਹੀਂ ਹੋਵੇਗਾ ਅਗਰ ਸੂਰਜ ਨਾ ਹੋਵੇ। ਇਹਦਾ ਮਤਲਬ ਸੂਰਜ ਹੈ ਜੀਵਨ ਦਾ ਸਰੋਤ, ਕਿੰਨੀ ਦੂਰ ਹੈ। ਤੁਸੀਂ ਆਪ ਥੋੜ੍ਹੀ ਜੀ ਰਹੇ ਹੋ, ਤੁਸੀਂ ਸਮਸਤ ਬ੍ਰਹਿਮੰਡ ਦਾ ਇੱਕ ਛੋਟਾ ਜਿਹਾ ਟੁਕੜਾ ਹੋ ਜੀਵਨ ਦਾ। ਜਿਵੇਂ ਸਾਗਰ ਦੇ ਵਿੱਚ ਇੱਕ ਲਹਿਰ ਹੈ, ਸਾਗਰ ਦਾ ਹੀ ਟੁਕੜਾ, ਅਤੇ ਉਹ ਆਪਣੇ ਆਪ ਥੋੜ੍ਹੀ ਜੀ ਰਹੀ। ਇੱਦਾਂ ਤੁਸੀਂ ਆਪਣੇ ਆਪ ਥੋੜ੍ਹੀ ਜੀ ਰਹੇ, ਪਰ ਤੁਸੀਂ ਦੂਸਰਿਆਂ ਦੇ ਜੀਵਨ ਦਾ ਵੀ ਬੋਝ ਆਪਣੇ ਸਿਰ 'ਤੇ ਲੈਂਦੇ ਹੋ। ਇਸੇ ਕਰਕੇ ਤੁਸੀਂ ਬੋਝ ਵਧਾਉਂਦੇ ਹੋ। ਪਹਿਲਾਂ ਹੀ ਕਬੀਰ ਜੀ ਕਹਿੰਦੇ ਨਾ, ਬੇੜਾ ਜਰਜਰਾ ਫੂਟੇ ਸੇਕ ਹਜ਼ਾਰ, ਹਰੂਏ ਹਰੂਏ ਤਰ ਗਏ ਬੂਢੇ ਜਿਨ ਸਿਰ ਭਾਰ। ਪਹਿਲਾਂ ਹੀ ਸੇਕ ਹਜ਼ਾਰ ਸੀ ਅਤੇ ਹੋਰ ਭਾਰ, ਅਤੇ ਤੁਸੀਂ ਦੂਸਰਿਆਂ ਦਾ ਭਾਰ ਵੀ ਆਪਣੇ ਸਿਰ 'ਤੇ ਲਈ ਫਿਰਦੇ ਵੀ ਦੂਸਰਿਆਂ ਨੂੰ ਵੀ ਅਸੀਂ ਸੰਭਾਲਦੇ ਹਾਂ। ਨਹੀਂ, ਸਭ ਪ੍ਰਮਾਤਮਾ ਸੰਭਾਲ ਰਿਹਾ ਹੈ। ਪ੍ਰਮਾਤਮਾ 'ਤੇ ਛੱਡ।